ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਇੱਕ ਇਸ ਤਰ੍ਹਾਂ ਦੇ ਵਿਸ਼ੇ 'ਤੇ ਵਿਚਾਰ ਕਰਦੇ ਹਾਂ ਜੋ ਵਿਸ਼ਾ ਸਾਡੀ ਜ਼ਿੰਦਗੀ ਦਾ ਇੱਕ ਮੁੱਖ ਵਿਸ਼ਾ ਹੈ। ਮੁੱਖ ਵਿਸ਼ਾ ਇਸ ਤਰ੍ਹਾਂ ਹੈ ਕਿ ਜੋ ਸਾਡੀ ਜ਼ਿੰਦਗੀ ਦਾ ਮਨੋਰਥ ਹੈ ਉਹ ਇਹ ਹੈ ਕਿ ਉਸ ਪਰਮਾਤਮਾ ਦਾ ਨਾਮ ਜਪ ਕੇ, ਉਸ ਪਰਮਾਤਮਾ ਦੇ ਨਾਲ ਸਾਂਝ ਪਾ ਕੇ, ਉਸ ਪਰਮਾਤਮਾ ਦੇ ਚਰਨਾਂ ਵਿੱਚ ਸਾਡੀ ਲਿਵ ਜੁੜ ਜਾਏ, ਉਸ ਪਰਮਾਤਮਾ ਦੇ ਚਰਨਾਂ ਵਿੱਚ ਸਾਡੀ ਸਮਾਈ ਹੋ ਜਾਏ ਅਤੇ ਜੋ ਸਾਡੇ ਜੀਵਨ ਦਾ ਮਕਸਦ ਹੈ ਉਹ ਪੂਰਾ ਹੋ ਜਾਏ। ਹਰ ਇੱਕ ਜੋ ਜਿੰਦਾ ਚੀਜ਼ ਹੈ ਜੋ ਪਰਮਾਤਮਾ ਨੇ ਇਸ ਦੁਨੀਆ 'ਤੇ ਭੇਜੀ ਹੈ ਉਹਦਾ ਇਹੀ ਹੈ ਮਨੋਰਥ ਕਿ ਉਹ ਵਾਪਸ ਪਰਮਾਤਮਾ 'ਚ ਜਾ ਕੇ ਅਭੇਦ ਹੋ ਜਾਏ। ਜਦੋਂ ਤੱਕ ਪਰਮਾਤਮਾ ਵਿੱਚ ਅਭੇਦਤਾ ਨਹੀਂ ਹੁੰਦੀ, ਪਰਮਾਤਮਾ ਵਿੱਚ ਸਮਾਈ ਨਹੀਂ ਹੁੰਦੀ, ਉਦੋਂ ਤੱਕ ਜੀਵ ਦਾ ਜਨਮ ਮਰਨ ਦਾ ਚੱਕਰ ਚੱਲਦਾ ਰਹਿਣਾ ਹੈ। ਜਦੋਂ ਜੀਵ ਦੀ ਸਮਾਈ ਹੋ ਗਈ ਫਿਰ ਹੀ ਜੀਵਨ ਦਾ ਆਵਾਗਮਨ ਦਾ ਚੱਕਰ ਖਤਮ ਹੋਣਾ ਹੈ। ਇਸ ਲਈ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਗੁਰੂ ਸਾਹਿਬਾਨ, ਭਗਤ ਸਾਹਿਬਾਨ ਦੱਸਦੇ ਹਨ ਕਿ ਅਸੀਂ ਪਰਮਾਤਮਾ ਦੇ ਨਾਲ ਕਿਸ ਤਰ੍ਹਾਂ ਮਿਲ ਸਕਦੇ ਹਾਂ, ਪਰਮਾਤਮਾ ਦੀ ਖੋਜ ਕਿਵੇਂ ਅਸੀਂ ਕਰ ਸਕਦੇ ਹਾਂ, ਪਰਮਾਤਮਾ ਨੂੰ ਅਸੀਂ ਕਿਵੇਂ ਅਤੇ ਕਿੱਥੋਂ ਲੱਭ ਸਕਦੇ ਹਾਂ। ਇਹ ਆਪਾਂ ਗੁਰਬਾਣੀ ਦੀਆਂ ਤੁਕਾਂ ਦੇ ਆਧਾਰ 'ਤੇ ਵਿਚਾਰਾਂ ਕਰਾਂਗੇ। ਸੰਗਤ ਜੀ ਦੇਖਦੇ ਹਾਂ ਕਿ ਜੇ ਇੱਕ ਵਾਰ ਦੇ ਵਿੱਚ ਤਾਂ ਇਹ ਵਿਚਾਰ ਨਹੀਂ ਹੋਣੀ, ਸ਼ਾਇਦ 2-3 ਆਪਾਂ ਨੂੰ ਇਸ ਤਰ੍ਹਾਂ ਦੀਆਂ ਇਹ ਬਣਾਉਣੀਆਂ ਪੈਣ ਆਡੀਓ, ਪਰ ਆਪਾਂ ਬੜੇ ਪਿਆਰ ਨਾਲ ਵਿਚਾਰ ਕਰਦੇ ਜਾਵਾਂਗੇ ਅਤੇ ਤੁਸੀਂ ਬੜੇ ਪਿਆਰ ਦੇ ਨਾਲ ਵਿਚਾਰ ਸੁਣਨ ਦੀ ਕਿਰਪਾਲਤਾ ਕਰਨੀ ਜੀ। ਸੱਚੇ ਪਾਤਸ਼ਾਹ ਜੀ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖ ਕੇ ਵਿਚਾਰ ਕਰਵਾਉਣ ਤਾਂ ਕਿ ਜਿਸ ਤਰ੍ਹਾਂ ਵੀ ਕਿਸੇ ਹਿਰਦੇ 'ਤੇ ਇਹ ਵਿਚਾਰਾਂ ਦੀ ਛਾਪ ਬਣ ਸਕੇ। ਗੁਰਬਾਣੀ ਦੀਆਂ ਤੁਕਾਂ ਨੇ ਔਰ ਗੁਰਬਾਣੀ 'ਚ ਬੜੀ ਸ਼ਕਤੀ ਆ। ਜਿਸ ਤਰ੍ਹਾਂ ਮੈਂ ਆਪਣੇ ਵੱਲੋਂ ਦੱਸ ਰਹੀ ਹਾਂ ਕਿ ਜਦੋਂ ਪਰਮਾਤਮਾ ਦੇ ਨਾਮ ਦੀ ਪਿਆਸ ਲੱਗੀ ਉਦੋਂ ਹੁਣ ਜੇ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਸਮਝਦੇ ਹਾਂ ਕਿ ਪਤਾ ਨਹੀਂ ਵੀ ਕਿਸ ਤਰ੍ਹਾਂ ਪਰਮਾਤਮਾ ਨੇ ਇਹ ਵਿਧੀ ਬਣਾਈ, ਕਿਸ ਤਰ੍ਹਾਂ ਪਰਮਾਤਮਾ ਨੇ ਆਪ ਦੇ ਨਾਮ ਦੀ ਪਿਆਸ ਦੇ ਦਿੱਤੀ, ਆਪਦੇ ਚਰਨਾਂ ਦੇ ਨਾਲ ਜੋੜ ਲਿਆ, ਕਿਵੇਂ ਸਾਰੀ ਵਿਧੀ ਬਣ ਗਈ। ਬਹੁਤ ਜ਼ਿਆਦਾ ਹੈਰਾਨੀ ਹੁੰਦੀ ਆ ਮਨ ਨੂੰ ਸੋਚ ਕੇ, ਕਿਉਂਕਿ ਉਹ ਜੋ ਤਬਦੀਲੀ ਜਿਸ ਤਰ੍ਹਾਂ ਦੀ ਕਬੀਰ ਜੀ ਕਹਿੰਦੇ ਨੇ ਕਿ ਸਾਡਾ ਮਨ ਦੁਨੀਆ ਵੱਲੋਂ ਉਲਟ ਕੇ ਪਰਮਾਤਮਾ ਦੇ ਚਰਨਾਂ ਵੱਲ ਜੁੜ ਜਾਣਾ, ਉਹ ਤਬਦੀਲੀ ਕੁਛ ਮਹਿਸੂਸ ਹੋ ਰਹੀ ਆ। ਪਰ ਇਹ ਸਾਰੀ ਵਿਧੀ ਕਿਸ ਤਰ੍ਹਾਂ ਪਰਮਾਤਮਾ ਨੇ ਬਣਾਈ, ਉਹ ਕੁਛ ਵੀ ਕਿਸ ਤਰ੍ਹਾਂ ਪਰਮਾਤਮਾ ਨੇ ਰਹਿਮਤ ਕਰ ਦਿੱਤੀ। ਹੁਣ ਜਦੋਂ ਪਰਮਾਤਮਾ ਨੇ ਕੁਛ ਥੋੜ੍ਹੀ ਸੋਝੀ ਦਿੱਤੀ ਆ ਤਾਂ ਫਿਰ ਪਰਮਾਤਮਾ ਆਪ ਹੀ ਇਹ ਸਾਂਝਾਂ ਪਵਾ ਰਹੇ ਨੇ ਵਿਚਾਰਾਂ ਦੀਆਂ ਗੁਰਬਾਣੀ ਦੇ ਆਧਾਰ 'ਤੇ। ਅਤੇ ਜਦੋਂ ਇਹ ਖੇਡ ਬਣਦੀ ਆ ਸੰਗਤ ਜੀ, ਦੁਨੀਆ ਬਦਲ ਜਾਂਦੀ ਆ। ਦੁਨੀਆ ਉਹ ਰਹਿੰਦੀ ਨਹੀਂ ਗੀ, ਕਿਉਂਕਿ ਮਨ ਬਦਲ ਜਾਂਦਾ। ਜੋ ਹਰ ਵਕਤ ਭੱਜਦਾ ਸੀ ਉਹ ਮਨ ਟਿਕ ਕੇ ਬੈਠ ਜਾਂਦਾ। ਜਿਸ ਮਨ ਦੀ ਸਾਰੀ ਭੱਜ ਦੌੜ ਖਤਮ ਹੋ ਜਾਂਦੀ ਆ। ਜਿਸ ਤਰ੍ਹਾਂ ਉਹਨੂੰ ਕੋਈ ਖਜ਼ਾਨਾ ਲੱਭ ਗਿਆ, ਬਸ ਉਹਦੇ ਵਿੱਚ ਉਹ ਮਨ ਮਗਨ ਹੋ ਜਾਂਦਾ। ਜਿਸ ਤਰ੍ਹਾਂ ਮਨ ਆਪਣੇ ਆਪ 'ਚ ਟਿਕ ਜਾਂਦਾ, ਸਾਰੀ ਭੱਜ ਦੌੜ, ਸਾਰੀ ਖਿੱਚੋ ਤਾਣ, ਸਭ ਕੁਛ ਖਤਮ। ਇੱਕ ਟਿਕਾ ਆ ਜਾਂਦਾ ਮਨ ਨੂੰ ਸ਼ਾਂਤੀ ਆ ਜਾਂਦੀ ਆ ਕਿ ਜਿਸ ਤਰ੍ਹਾਂ ਕੁਛ ਹੋਰ ਲੱਭਣ ਦੀ ਲਾਲਸਾ ਨਹੀਂ ਰਹਿੰਦੀ। ਬਹੁਤ ਹੀ ਪਿਆਰੀ ਸ਼ਾਂਤੀ ਆ।
ਜਿਸ ਤਰ੍ਹਾਂ ਆਪਾਂ ਕਹੀਏ ਕਿ ਪਰਮਾਤਮਾ ਦੇ ਨਾਲ ਜਦੋਂ ਮਿਲਾਪ ਹੁੰਦਾ ਤੇ ਉਹ ਬੜੀ ਆਨੰਦ ਦੀ ਅਵਸਥਾ ਹੈਗੀ ਆ, ਪਰ ਇਹ ਆਪਾਂ ਕਿਸੇ ਨੂੰ ਦੂਸਰੇ ਨੂੰ ਮਹਿਸੂਸ ਨਹੀਂ ਕਰਵਾ ਸਕਦੇ। ਸਿਰਫ ਜਿਸ ਦੇ ਨਾਲ ਵਾਪਰਦਾ ਉਹੀ ਮਹਿਸੂਸ ਕਰ ਸਕਦਾ। ਪਰ ਇਹਦੇ ਨਾਲ ਇਹ ਆ ਕਿ ਆਪਾਂ ਦੂਸਰਿਆਂ ਨੂੰ, ਹੋਰ ਭੈਣਾਂ ਭਰਾਵਾਂ ਨੂੰ, ਸੰਗਤ ਨੂੰ ਕੁਛ ਮਤਲਬ ਪ੍ਰੇਰਨਾ ਦੱਸ ਸਕਦੇ ਹਾਂ ਕਿ ਵੀ ਇਸ ਤਰ੍ਹਾਂ ਆਪਾਂ ਕੋਸ਼ਿਸ਼ ਕਰਕੇ ਦੇਖੀਏ, ਕਿਉਂਕਿ ਸਭ ਕੁਛ ਅੰਦਰ ਆ। ਪਰਮਾਤਮਾ ਅੰਦਰੋਂ ਹੀ ਮਿਲਦਾ, ਔਰ ਜਦੋਂ ਤੱਕ ਜੀਵ ਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ ਤਾਂ ਉਹ ਸ਼ਾਇਦ ਬਾਹਰ ਲੱਭਦਾ ਰਹਿੰਦਾ। ਬਾਹਰ ਅਸੀਂ ਜਾਂਦੇ ਹੈਗੇ ਹਾਂ, ਸਤਸੰਗ ਕਰਦੇ ਹਾਂ, ਗੁਰਦੁਆਰਾ ਸਾਹਿਬ ਜਾਂਦੇ ਹਾਂ, ਜਾਂ ਹੋਰ ਵੀਰ ਭੈਣ ਮੁਸਲਮਾਨ ਵੀਰ, ਹਿੰਦੂ ਵੀਰ ਆਪਣੇ ਧਾਰਮਿਕ ਸਥਾਨਾਂ 'ਤੇ ਜਾਂਦੇ ਨੇ, ਪਰ ਜਦੋਂ ਵੀ ਪਰਮਾਤਮਾ ਦੇ ਨਾਲ ਮਿਲਾਪ ਹੋਣਾ ਉਹ ਆਪਣੇ ਅੰਦਰੋਂ ਹੀ ਹੋਣਾ। ਪਰ ਇਹ ਸਭ ਜਗ੍ਹਾ ਪ੍ਰੇਰਨਾ ਦਿੰਦੀਆਂ ਨੇ। ਜਿਸ ਤਰ੍ਹਾਂ ਆਪਾਂ ਸਾਂਝ ਪਾਉਂਦੇ ਹਾਂ ਰਾਗ ਮਲਾਰ ਵਿੱਚ ਚੌਥੇ ਪਾਤਸ਼ਾਹ ਜੀ ਦੀ ਤੁਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1265 'ਤੇ। ਗੁਰੂ ਰਾਮਦਾਸ ਜੀ ਕਹਿੰਦੇ ਨੇ, ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ, ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ। ਕਹਿੰਦੇ ਜਿਹੜੇ ਵੱਡੇ ਭਾਗਾਂ ਵਾਲੇ ਨੇ ਉਹ ਪਰਮਾਤਮਾ ਦਾ ਨਾਮ ਸਿਮਰ ਕੇ, ਮੁੱਖ ਤੋਂ ਬੋਲ ਕੇ ਪਰਮਾਤਮਾ ਦਾ ਨਾਮ ਸਿਮਰਦੇ ਨੇ। ਵੱਡੇ ਭਾਗਾਂ ਵਾਲੇ ਖੋਜਦੇ ਨੇ ਇਸ ਤਰ੍ਹਾਂ ਪਰਮਾਤਮਾ ਨੂੰ। ਪਰਮਾਤਮਾ ਨੇ ਕਿਉਂਕਿ ਲੱਭਣਾ ਇਸ ਤਰ੍ਹਾਂ ਹੀ ਆ, ਪਰਮਾਤਮਾ ਦਾ ਨਾਮ ਜਪਿਆ। ਪਰ ਜਿਹੜੇ ਵੱਡੇ ਭਾਗਾਂ ਵਾਲੇ ਨੇ ਫਿਰ ਉਹ ਖੋਜ ਵੀ ਇਸ ਤਰ੍ਹਾਂ ਹੀ ਕਰਦੇ ਨੇ। ਉਹਨਾਂ ਨੂੰ ਢੰਗ ਪਤਾ ਲੱਗ ਗਿਆ ਕਿ ਪਰਮਾਤਮਾ ਦਾ ਨਾਮ ਜਪਿਆ ਹੀ ਪਰਮਾਤਮਾ ਨੇ ਮਿਲਣਾ। ਇਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1055 ਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਰਾਗ ਮਾਰੂ ਦੇ ਵਿੱਚ ਤੁਕ ਹੈ, ਬਿਨ ਸ਼ਬਦੈ ਤੁਧਨੋ ਕੋਈ ਨਾ ਜਾਣੀ, ਤੁਧ ਆਪੇ ਕਥੀ ਅਕਥ ਕਹਾਣੀ। ਬਿਨ ਸ਼ਬਦੈ ਤੁਧਨੋ ਕੋਈ ਨਾ ਜਾਣੀ, ਤੁਧ ਆਪੇ ਕਥੀ ਅਕਥ ਕਹਾਣੀ। ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਜੁੜਨ ਤੋਂ ਬਿਨਾਂ ਪਰਮਾਤਮਾ ਜੀ ਤੇਰੇ ਨਾਲ ਕਿਸੇ ਦੀ ਜਾਣ ਪਹਿਚਾਣ ਨਹੀਂ ਹੋ ਸਕਦੀ। ਔਰ ਜਦੋਂ ਜੀਵ ਗੁਰੂ ਦੇ ਸ਼ਬਦ ਨਾਲ ਜੁੜ ਗਿਆ ਫਿਰ ਤੂੰ ਆਪਣੀ ਕਹਾਣੀ ਆਪ ਹੀ ਉਹਦੇ ਲਈ ਕੱਥ ਦੇਣੀ ਆ। ਤੂੰ ਆਪ ਹੀ ਉਹਦੇ ਨਾਲ, ਜੀਵ ਨਾਲ ਜਾਣ ਪਹਿਚਾਣ ਆਪਦੀ ਕਰਵਾ ਦੇਣੀ ਆ। ਬਹੁਤ ਹੀ ਪਿਆਰੀ ਬਾਣੀ ਆ। ਬਾਣੀ ਦੇ ਵਿੱਚ ਤੁਕਾਂ ਦੇ ਵਿੱਚ ਰਾਹੀਂ ਆਪਾਂ ਨੂੰ ਦੱਸਿਆ ਪਾਤਸ਼ਾਹ ਨੇ, ਭਗਤ ਸਾਹਿਬਾਨ ਨੇ, ਕਿ ਕਿਸ ਤਰ੍ਹਾਂ ਪਰਮਾਤਮਾ ਨੇ ਸਾਨੂੰ ਅੰਦਰੋਂ ਹੀ ਮਿਲਣਾ ਹੈ। ਪਰਮਾਤਮਾ ਨੇ ਬਾਹਰੋਂ ਨਹੀਂ ਮਿਲਣਾ, ਅੰਦਰੋਂ ਮਿਲਣਾ ਹੈ। ਉਹਦਾ ਨਾਮ ਜਪਿਆ, ਨਾਮ ਜਪਦਿਆਂ ਜਪਦਿਆਂ ਇੱਕ ਦਿਨ ਮਨ ਦੇ ਵਿੱਚੋਂ ਸਾਰੇ ਵਿਕਾਰ ਨਿਕਲ ਜਾਣੇ ਨੇ, ਪਰਮਾਤਮਾ ਦੇ ਗੁਣ ਆ ਜਾਣੇ ਨੇ। ਫਿਰ ਗੁਣ ਕਹਿ ਗੁਣੀ ਸਮਾਵਣੇ ਆ। ਇਸ ਤਰ੍ਹਾਂ ਫਿਰ ਜੀਵ ਦਾ ਪਰਮਾਤਮਾ ਨਾਲ ਹੌਲੀ ਹੌਲੀ ਮਿਲਾਪ ਹੋ ਜਾਣਾ। ਇਸ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਦੀ ਤੁਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 124 ਤੇ। ਪਾਤਸ਼ਾਹ ਕਹਿੰਦੇ ਨੇ, ਇਸ ਗੁਫਾ ਮਹਿ ਅਖੁੱਟ ਭੰਡਾਰਾ, ਤਿਸ ਵਿੱਚ ਵੈਸੇ ਹਰ ਅਲਖ ਅਪਾਰਾ। ਇਸ ਗੁਫਾ ਮਹਿ ਅਖੁੱਟ ਭੰਡਾਰਾ, ਤਿਸ ਵਿੱਚ ਵਸੈ ਹਰ ਅਲਖ ਅਪਾਰਾ। ਕਹਿੰਦੇ ਜੋ ਸਾਡੇ ਸਰੀਰ ਰੂਪੀ ਗੁਫਾ, ਇਹਦੇ ਵਿੱਚ ਪਰਮਾਤਮਾ ਦੇ ਬੇਅੰਤ ਆਤਮਿਕ ਗੁਣ ਨੇ। ਇਹਦੇ ਵਿੱਚ ਪਰਮਾਤਮਾ ਦੇ ਭਗਤੀ ਦੇ ਭੰਡਾਰੇ ਰੱਖੇ ਨੇ। ਔਰ ਇਸ ਸਰੀਰ ਰੂਪ ਗੁਫਾ ਵਿੱਚ ਹੀ
ਉਹ ਅਲੱਖ ਅਪਾਰ ਦਾ ਵਾਸਾ ਹੈ। ਜਿਹਦੀ ਲੱਖਤਾ ਉਹਦਾ ਨਾਮ ਦੀ ਕਮਾਈ ਕੀਤਿਆਂ ਹੋਣੀ ਆ। ਨਾਮ ਦੀ ਕਮਾਈ ਜੀਵ ਨੇ ਕਰਨੀ ਆ, ਰਹਿਮਤ ਪਰਮਾਤਮਾ ਦੀ ਬਖਸ਼ਣੀ ਆ। ਜਦੋਂ ਅਸੀਂ ਕਮਾਈ ਕਰਦੇ ਹਾਂ ਨਾਮ ਦੀ, ਫਿਰ ਉਹ ਪਰਮਾਤਮਾ ਸਾਡੇ 'ਤੇ ਦਿਆਲ ਹੋ ਜਾਂਦਾ, ਮਿਹਰ ਦੀ ਨਜ਼ਰ ਕਰਦਾ ਅਤੇ ਆਪਣੇ ਚਰਨਾਂ ਨਾਲ ਮਿਲਾਪ ਬਖਸ਼ ਦਿੰਦਾ। ਕਮਾਈ ਸੰਗਤ ਜੀ ਆਪ ਕਰਨੀ ਪੈਣੀ ਆਪਾਂ ਨੂੰ। ਪੰਜਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 132 ਤੇ ਰਾਗ ਮਾਝ ਵਿੱਚ ਕਹਿੰਦੇ ਨੇ, ਮਨ ਮੰਦੈ ਪ੍ਰਭ ਅਵਗਾਹੀਆ, ਇਹ ਰਸ ਭੋਗਣ ਪਾਤਸ਼ਾਹੀਆਂ। ਮਨ ਮੰਦੈ ਪ੍ਰਭ ਅਵਗਾਹੀਆ, ਇਹ ਰਸ ਭੋਗਣ ਪਾਤਸ਼ਾਹੀਆਂ। ਕਹਿੰਦੇ ਪਰਮਾਤਮਾ ਸਾਡੇ ਮਨ ਦੇ ਅੰਦਰ ਆ, ਉੱਥੋਂ ਕਹਿੰਦੇ ਅਸੀਂ ਉਹਨੂੰ ਲੱਭ ਸਕਦੇ ਹਾਂ। ਅਤੇ ਜਿਸ ਜੀਵ ਦੇ ਉਹਨੂੰ ਲੱਭ ਲਿਆ ਉੱਥੋਂ, ਫਿਰ ਕਹਿੰਦੇ ਉਹ ਪਾਤਸ਼ਾਹੀਆਂ ਦਾ ਭੋਗਦੇ ਆ। ਵੀ ਜਿਸ ਤਰ੍ਹਾਂ ਕੋਈ ਵੱਡੇ ਵੱਡੇ ਪਾਤਸ਼ਾਹ ਹੁੰਦੇ ਨੇ ਨਾ, ਉਸ ਤਰ੍ਹਾਂ ਦੀ ਉਹਨਾਂ ਦੀ ਅਵਸਥਾ ਬਣ ਜਾਂਦੀਆਂ ਨੇ, ਜਿਹੜੇ ਉਹਨੂੰ ਮਨ ਦੇ ਅੰਦਰ ਲੱਭ ਲੈਂਦੇ ਨੇ। ਇਸੇ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਨਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਆਪਣੇ ਮਨ ਨੂੰ ਕਹਿ ਰਹੇ ਨੇ ਕਿ ਵੀ ਤੂੰ ਆਪਣੇ ਮੂਲ ਨੂੰ ਪਛਾਣ, ਜਿੱਥੋਂ ਤੂੰ ਆਇਆ, ਤੂੰ ਪਰਮਾਤਮਾ ਦੀ ਅੰਸ਼ ਹੈ ਅਤੇ ਹੁਣ ਵਾਪਸ ਤੈਨੂੰ ਉੱਥੇ ਹੀ ਜਾਣਾ ਹੈ। ਜੇ ਕਹਿੰਦੇ ਤੂੰ ਇਸ ਗੁਰੂ ਦੀ ਮੱਤ 'ਤੇ ਚੱਲ ਕੇ ਇਹ ਅਹਿਸਾਸ ਤੈਨੂੰ ਹੋ ਜਾਏ ਕਿ ਇਹ ਮਨ ਪਰਮਾਤਮਾ ਤੇਰੇ ਸਦਾ ਅੰਗ ਸੰਗ ਹੈ, ਫਿਰ ਤੂੰ ਹਮੇਸ਼ਾ ਉਹਦੇ ਪ੍ਰੇਮ ਦੇ ਰੰਗ ਨੂੰ ਮਾਣ ਲਏਗਾ। ਇਹ ਸਾਰੀਆਂ ਪ੍ਰਾਪਤੀਆਂ ਹੋਣੀਆਂ ਨੇ ਨਾਮ ਦੁਆਰਾ, ਔਰ ਨਾਮ ਦੇ ਵਿੱਚ ਜੋੜਨਾ ਹੈ ਗੁਰੂ ਨੇ। ਗੁਰੂ ਵਿਚੋਲਾ ਹੈ ਪਰਮਾਤਮਾ ਦੇ ਨਾਲ ਮੇਲ ਕਰਾਉਣ ਲਈ। ਕਿਸੇ ਵੀ ਯੁੱਗ ਦੇ ਵਿੱਚ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਦਾਸੀ ਨਹੀਂ ਕਹਿ ਰਹੀ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿਸੇ ਵੀ ਯੁੱਗ ਦੇ ਵਿੱਚ ਗੁਰੂ ਤੋਂ ਬਿਨਾਂ ਜੀਵ ਦਾ ਮਿਲਾਪ ਪਰਮਾਤਮਾ ਨਾਲ ਨਹੀਂ ਹੋ ਸਕਿਆ। ਹਰ ਇੱਕ ਯੁੱਗ ਦੇ ਵਿੱਚ ਗੁਰੂ ਹੀ ਪਰਮਾਤਮਾ ਨਾਲ ਮਿਲਾਪ ਕਰਾਉਣ ਲਈ ਹੈ। ਹੁਣ ਸਾਡੇ ਲਈ ਇਸ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ। ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਸੀਂ ਆਪ ਪੜ੍ਹਨੀ, ਸੁਣਨੀ, ਉਹਨੂੰ ਅਰਥਾਂ ਸਮੇਤ ਵਿਚਾਰਨਾ ਤਾਂ ਕਿ ਸਾਡੀ ਉਹ ਸਮਝ ਵਿੱਚ ਪੈ ਸਕੇ। ਫਿਰ ਉਸ ਗੁਰੂ ਦੇ ਉਪਦੇਸ਼ ਦੇ ਅਨੁਸਾਰ ਆਪਣਾ ਜੀਵਨ ਢਾਲਣਾ। ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਇੱਕ ਅੰਗ ਦੇ ਉੱਪਰ ਪਤਾ ਨਹੀਂ ਕਿੰਨੀ ਵਾਰ ਉਪਦੇਸ਼ ਹੈ ਕਿ ਹਰੀ ਦਾ ਨਾਮ ਜਪੋ, ਪਰਮਾਤਮਾ ਦਾ ਨਾਮ ਜਪੋ, ਉਹਨੂੰ ਅੰਗ ਸੰਗ ਮਹਿਸੂਸ ਕਰੋ, ਉਹਨੂੰ ਅੰਗ ਸੰਗ ਅਨੁਭਵ ਕਰੋ। ਉਹ ਹਰ ਇੱਕ ਜਗ੍ਹਾ 'ਤੇ ਵਿਆਪਕ ਆ। ਇਹ ਸਾਰੀਆਂ ਪ੍ਰਾਪਤੀਆਂ ਉਹਦੇ ਨਾਮ ਦੀ ਕਮਾਈ ਨਾਲ ਹੋਣੀਆਂ ਨੇ ਸੰਗਤ ਜੀ। ਨਾਮ ਦੀ ਕਮਾਈ ਸਾਨੂੰ ਕਰਨੀ ਪੈਣੀ ਆ, ਸਾਨੂੰ ਸ਼ੁਰੂਆਤ ਕਰਨੀ ਪੈਣੀ ਆ। ਅਸੀਂ ਇੱਕ ਕਦਮ ਚੱਲਦੇ ਹਾਂ, ਪਰਮਾਤਮਾ ਸਾਡੇ ਵੱਲ ਕਰੋੜਾਂ ਕਦਮ ਚੱਲ ਕੇ ਆਉਂਦੇ ਨੇ। ਅਸੀਂ ਕਿਤੇ ਉਹਨੂੰ ਕਹਿ ਕੇ ਤਾਂ ਦੇਖੀਏ ਕਿ ਵਾਹਿਗੁਰੂ ਜੀ ਸਾਡਾ ਹੱਥ ਫੜ ਲਓ, ਅਸੀਂ ਤੁਹਾਡੇ ਬੱਚੇ ਹਾਂ, ਸਾਨੂੰ ਤੁਸੀਂ ਸੰਭਾਲ ਦਿਓ, ਸਾਨੂੰ ਆਪਣੇ ਚਰਨਾਂ ਦੀ ਪ੍ਰੀਤ ਦੇ ਦਿਓ। ਗੁਰੂ ਅਰਜਨ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 98 ਤੇ ਕਹਿ ਰਹੇ ਨੇ ਰਾਗ ਮਾਝ ਵਿੱਚ, ਕਹਿੰਦੇ ਦਿਆਲ ਦਮੋਦਰ ਗੁਰਮੁਖ ਪਾਈਐ,
ਹੋਰਤ ਕਿਤੇ ਨ ਭਾਤੀ ਜੀਓ। ਦਿਆਲ ਦਮੋਦਰ ਗੁਰਮੁਖ ਪਾਈਐ, ਹੋਰਤ ਕਿਤੇ ਨ ਭਾਤੀ ਜੀਓ। ਕਹਿੰਦੇ ਉਹ ਦਿਆਲ ਪਰਮਾਤਮਾ ਗੁਰੂ ਦੇ ਸਨਮੁਖ ਰਹਿ ਕੇ ਹੀ ਪਾਇਆ ਜਾ ਸਕਦਾ, ਹੋਰ ਕੋਈ ਦੂਸਰੀ ਵਿਧੀ ਨਹੀਂ ਹੈ ਪਾਉਣ ਨੂੰ। ਗੁਰੂ ਦੀ ਸ਼ਰਨ ਆ ਕੇ ਹੀ ਪਰਮਾਤਮਾ ਦੇ ਨਾਲ ਮਿਲਾਪ ਹੋ ਸਕਦਾ ਹੈ। ਗੁਰੂ ਦੀ ਸ਼ਰਨ ਆਉਣਾ, ਜਿਸ ਤਰ੍ਹਾਂ ਆਪਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਗੁਰਬਾਣੀ ਦੇ ਲੜ ਲੱਗੀਏ, ਫਿਰ ਗੁਰਬਾਣੀ ਦੇ ਸਾਨੂੰ ਪ੍ਰੇਰਨਾ ਦੇਣੀ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ਿਆ ਹੋਇਆ ਅੰਮ੍ਰਿਤ ਪਾਨ ਕਰੀਏ, ਜਿੱਥੇ ਸਾਨੂੰ ਫਿਰ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਵਾਹਿਗੁਰੂ ਮੰਤਰ ਦ੍ਰਿੜਾਉਂਦੇ ਨੇ। ਜਦੋਂ ਅੰਮ੍ਰਿਤ ਪਾਨ ਕਰਦੇ ਨੇ ਉਹ 3 ਵਾਰ ਕਹਿੰਦੇ ਨੇ, ਬੋਲੋ ਭਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਸਾਨੂੰ ਨਾਮ ਦ੍ਰਿੜ ਕਰਵਾਇਆ ਜਾਂਦਾ ਇਸ ਤਰ੍ਹਾਂ। ਉਹ ਤੋਂ ਬਾਅਦ ਫਿਰ ਜਦੋਂ ਨਾਮ ਦੀ ਕਮਾਈ ਹੁੰਦੀ ਆ ਨਾ, ਫਿਰ ਬੜਾ ਰੰਗ ਚੜ੍ਹਦਾ, ਹੌਲੀ 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 ਰੰਗ ਚੜ੍ਹਦਾ ਜਾਂਦਾ। ਫਿਰ ਇੱਕ ਦਿਨ ਰੰਗ ਪੱਕਾ ਮਜੀਠ ਦਾ ਬਣ ਜਾਂਦਾ, ਜੋ ਕਦੇ ਉਤਰਦਾ ਨਹੀਂ। ਹਾਂਜੀ ਸੰਗਤ ਜੀ, ਅੱਜ ਇੰਨੀ ਵਿਚਾਰ ਪ੍ਰਵਾਨ ਕਰਨੀ, ਆਪਾਂ ਇਹ ਵਿਚਾਰ ਦੀ ਲੜੀ ਹੌਲੀ ਹੌਲੀ 2-4 ਦਿਨਾਂ ਦੇ ਵਿੱਚ ਪੂਰੀ ਕਰਾਂਗੇ। ਵਾਹਿਗੁਰੂ ਜੀ ਸਾਰਿਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣ, ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।